ਸਤਿ ਸ਼੍ਰੀ ਅਕਾਲ ਦੋਸਤੋ। ਆਪਾਂ ਅੱਜ ਜੋ ਗੁਰਬਾਣੀ ਦੇ ਵਿੱਚ ਕਾਵਿ ਰੂਪ ਆਏ ਨੇ ਤੇ ਕੁਝ ਕੁ ਖਾਸ ਬਾਣੀਆਂ ਬਾਰੇ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਜੋ ਪਿਛਲੇ ਲੈਸਨ ਦੇ ਵਿੱਚ ਆਪਣੇ ਤੋਂ ਇੱਕ ਗਲਤੀ ਹੋ ਗਈ ਸੀ, ਬਹੁਤ ਸਾਰੀਆਂ ਕਿਤਾਬਾਂ ਤੋਂ ਦੇਖ ਕੇ ਮੈਂ ਇਹ ਨੋਟਸ ਤਿਆਰ ਕਰਦਾ, ਪਰ ਕਿਤੇ ਨਾ ਕਿਤੇ ਫਿਰ ਵੀ ਕੁਝ ਨਾ ਕੁਝ ਭੁੱਲ ਲੱਗ ਜਾਂਦੀ ਹੈਗੀ। ਜੋ ਇਹ ਵਾਰ ਸੀ ਰਾਮਕਲੀ ਰਾਗ ਦੇ ਵਿੱਚ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਨੇ ਇੱਕ ਵਾਰ ਲਿਖੀ ਹੈਗੀ। ਉਹਦੇ ਵਿੱਚ ਇਹ ਪੌੜੀਆਂ ਨੇ ਜੋ ਇਹਨਾਂ ਦੀ ਅਦਲਾ ਬਦਲੀ ਹੋ ਗਈ ਸੀ। ਸੋ ਭਾਈ ਬਲਵੰਡ ਜੀ ਨੇ 3 ਪੌੜੀਆਂ ਲਿਖੀਆਂ ਨੇ, ਭਾਈ ਸੱਤਾ ਜੀ ਨੇ 5 ਲਿਖੀਆਂ ਨੇ। ਸੋ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਕਰ ਦਿੱਤਾ ਸੀ। ਤੁਸੀਂ ਇਸ ਤਰ੍ਹਾਂ ਯਾਦ ਰੱਖ ਲਿਓ ਕਿ ਭਾਈ ਬਲਵੰਡ ਜੀ ਇੱਕ ਵੱਡਾ ਨਾਮ ਹੈ, ਉਹਨਾਂ ਨੇ 3 ਪੌੜੀਆਂ ਲਿਖੀਆਂ ਨੇ ਸਿਰਫ। ਤੇ ਭਾਈ ਸੱਤਾ ਜੀ ਇੱਕ ਸਿਰਫ 2 ਅੱਖਰਾਂ ਦਾ ਨਾਮ ਹੈ, ਪਰ ਪੌੜੀਆਂ 5 ਲਿਖੀਆਂ ਨੇ, ਵੱਧ ਲਿਖੀਆਂ ਨੇ। ਸੋ ਤੁਸੀਂ ਇਸ ਤਰ੍ਹਾਂ ਯਾਦ ਰੱਖ ਲਿਓ। ਹੁਣ ਆਪਾਂ ਜੋ ਕਾਵਿ ਰੂਪ ਗੁਰਬਾਣੀ ਦੇ ਵਿੱਚ ਆਏ ਉਹਨਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਲਾਹੁਣੀਆਂ ਪੰਜਾਬੀ ਦਾ ਸੋਗਮਈ ਕਰੁਣਾਮਈ ਲੋਕ ਗੀਤ ਹੈ, ਜੋ ਕਿ ਕਿਸੇ ਦੀ ਮੌਤ ਤੋਂ ਬਾਅਦ ਵਿਛੜੇ ਹੋਏ ਮਨੁੱਖ ਲਈ ਇਸਤਰੀਆਂ ਵੱਲੋਂ ਮਿਲ ਕੇ ਗਾਇਆ ਜਾਂਦਾ ਹੈ। ਪਰ ਗੁਰਬਾਣੀ ਵਿੱਚ ਸੋਗ ਮਨਾਉਣ ਦੀ ਥਾਂ ਅਲਾਹੁਣੀਆਂ ਰਾਹੀਂ ਪਰਮਾਤਮਾ ਨੂੰ ਧਿਆਉਣ ਉੱਤੇ ਜ਼ੋਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕਿਸੇ ਦੀ ਮੌਤ ਉੱਤੇ ਅਲਾਹੁਣੀਆਂ ਪਾਈਆਂ ਜਾਂਦੀਆਂ ਨੇ ਔਰਤਾਂ ਵੱਲੋਂ, ਤਾਂ ਉੱਥੇ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈਗਾ ਕਿ ਸੋਗ ਨਹੀਂ ਮਨਾਉਣਾ, ਬਸ ਸਿਰਫ ਪਰਮਾਤਮਾ ਨੂੰ ਹੀ ਧਿਆਉਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9 ਅਲਾਹੁਣੀਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 5 ਲਿਖੀਆਂ ਹਨ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੇ 4। ਇਹ ਵਡਹੰਸ ਰਾਗ ਦੇ ਵਿੱਚ ਹਨ। ਅੱਗੇ ਪੱਟੀ, ਇਹਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। ਗੁਰਮੁਖੀ ਵਰਨਮਾਲਾ ਦੇ 35 ਅੱਖਰਾਂ ਨੂੰ ਆਧਾਰ ਬਣਾ ਕੇ ਕੀਤੀ ਗਈ ਰਚਨਾ ਨੂੰ ਪੱਟੀ ਆਖਦੇ ਹਨ। ਪਹਿਲੇ ਤੇ ਤੀਜੇ ਗੁਰੂ ਜੀ ਨੇ ਰਚਨਾ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਹਦੀ ਰਚਨਾ ਕੀਤੀ ਹੈ, ਜੋ ਕਿ ਆਸ਼ਾ ਰਾਗ ਦੇ ਵਿੱਚ ਹਨ। ਦੋਵੇਂ ਪੱਟੀਆਂ ਹੀ ਆਸ਼ਾ ਰਾਗ ਦੇ ਵਿੱਚ ਹੈ। ਸੋ ਹੁਣ ਆਪਾਂ ਅੱਗੇ ਇਹਨਾਂ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ। ਜਿਸ ਤਰ੍ਹਾਂ 52 ਅੱਖਰੀ ਹੈ, ਦੇਵਨਾਗਰੀ ਜਾਂ ਸੰਸਕ੍ਰਿਤ ਦੇ ਜੋ 52 ਅੱਖਰਾਂ ਦੇ ਆਧਾਰ 'ਤੇ ਕੀਤੀ ਗਈ ਰਚਨਾ ਉਸਨੂੰ 52 ਅੱਖਰੀ ਕਹਿ ਦਿੰਦੇ ਨੇ। ਸੋ ਬਹੁਤੀ ਥਾਈਂ ਦੇਵਨਾਗਰੀ ਲਿਖਿਆ, ਜਿਸ ਤਰ੍ਹਾਂ ਹਿੰਦੀ ਦੇ ਵਿੱਚ ਦੇਵਨਾਗਰੀ ਲਿਪੀ ਵਰਤੀ ਜਾਂਦੀ ਹੈ, ਇਹਦੇ 52 ਅੱਖਰ ਨੇ। ਕਈ ਥਾਵਾਂ 'ਤੇ ਸੰਸਕ੍ਰਿਤ ਲਿਖਿਆ ਹੋਇਆ, ਸੋ ਤੁਸੀਂ ਦੋਵੇਂ ਯਾਦ ਰੱਖਣੇ ਆ। ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ 52 ਅੱਖਰੀ ਤੇ ਭਗਤ ਕਬੀਰ ਜੀ ਨੇ ਲਿਖੀ ਹੈ, ਦੋਵਾਂ ਨੇ ਗੌੜੀ ਰਾਗ ਦੇ ਵਿੱਚ ਲਿਖੀਆਂ ਨੇ। ਜੋ ਸ਼ੀਹਰਫੀ ਹੈ, ਇਹ ਫਾਰਸੀ ਵਰਨਮਾਲਾ ਦੇ ਅੱਖਰਾਂ ਦੇ ਆਧਾਰ 'ਤੇ ਕੀਤੀ ਗਈ ਰਚਨਾ ਹੁੰਦੀ ਹੈ। ਸੋ ਹੁਣ ਆਪਾਂ ਇਹਨਾਂ ਸਾਰੀਆਂ ਬਾਰੇ ਜਾਣਦੇ ਹਾਂਗੇ। ਜਿਸ ਤਰ੍ਹਾਂ ਪੱਟੀ ਹੈਗੀ, ਪੱਟੀ ਜੋ ਪੰਜਾਬੀ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਜਾਂਦੀ ਹੈਗੀ। 52 ਅੱਖਰੀ ਹਿੰਦੀ ਜਾਂ ਆਪਣੇ ਦੇਵਨਾਗਰੀ ਜਾਂ ਸੰਸਕ੍ਰਿਤ ਦੇ, ਸ਼ੀਹਰਫੀ ਫਾਰਸੀ ਦੇ। ਹੁਣ ਇਹ ਤਿੰਨੇ ਇੱਕੋ ਤਰ੍ਹਾਂ ਦੀਆਂ ਹੀ ਚੀਜ਼ਾਂ ਨੇ, ਕਿਉਂਕਿ ਪੱਟੀ ਭਾਵ 35 ਅੱਖਰੀ 35 ਅੱਖਰਾਂ ਨੂੰ ਆਧਾਰ ਬਣਾ ਕੇ, 52 ਅੱਖਰੀ 52 ਅੱਖਰਾਂ ਨੂੰ ਆਧਾਰ ਬਣਾ ਕੇ, ਸ਼ੀਹਰਫੀ ਸ਼ੀ ਦਾ ਮਤਲਬ ਹੁੰਦਾ 30 ਹਰਫੀ। ਇਹ ਫਾਰਸੀ ਵਰਨਮਾਲਾ ਦੇ ਨੇ, ਜੋ ਇਹ 30 ਅੱਖਰ ਨੇ, ਉਹਨਾਂ ਨੂੰ ਆਧਾਰ ਬਣਾ ਕੇ ਜੋ ਰਚਨਾ ਕੀਤੀ ਜਾਂਦੀ ਹੈਗੀ, ਉਹਨੂੰ ਸ਼ੀਹਰਫੀ ਆਖਦੇ ਹੈਗੇ। ਹੁਣ ਇਹ ਤਿੰਨੇ ਵਰਨਮਾਲਾ 'ਤੇ ਆਧਾਰਿਤ ਚੀਜ਼ਾਂ ਨੇ, ਜੋ ਤਿੰਨੇ ਰਚਨਾਵਾਂ ਨੇ ਵਰਨਮਾਲਾ ਨੂੰ ਆਧਾਰ ਬਣਾ ਕੇ ਲਿਖੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਆਪਾਂ ਊੜੇ ਨੂੰ ਲੈ ਕੇ, ਊੜੇ ਦੇ ਪਹਿਲਾਂ ਊੜੇ ਤੋਂ ਸਟਾਰਟ ਕਰਕੇ ਕਿਸੇ ਤੁਕ ਨੂੰ ਉਹਦੀਆਂ 2 ਲਾਈਨਾਂ ਬਣਾਤੀਆਂ, ਅਗਲੀ ਤੁਕ ਦੀਆਂ ਆੜੇ ਤੋਂ ਆੜਾ ਲੈ ਕੇ ਬਣਾਤੀਆਂ, ਫਿਰ ਈੜੀ ਲੈ ਕੇ ਬਣਾਤੀਆਂ। ਮਤਲਬ ਕਿ ਮੂਹਰੇ ਅੱਖਰ ਇਹ ਲੱਗਦੇ, ਜਿਵੇਂ ਪਹਿਲੀ ਲਾਈਨ ਲਿਖੀ ਉਹਦੇ ਵਿੱਚ ਸਭ ਤੋਂ ਮੂਹਰੇ ਊੜਾ ਹੋਊਗਾ, ਇੱਕ ਲਾਈਨ ਲਿਖੀ, ਦੂਜੀ ਲਾਈਨ ਲਿਖੀ ਗਈ, ਜਦੋਂ ਤੀਜੀ ਲਾਈਨ ਲਿਖਣੀ ਹੈ ਤਾਂ ਸਭ ਤੋਂ ਮੂਹਰੇ ਆੜਾ ਹੋਊਗਾ, ਆੜੇ ਤੋਂ ਸ਼ੁਰੂਆਤ ਹੋਊਗੀ। ਇਸ ਤਰ੍ਹਾਂ 35 ਅੱਖਰਾਂ ਦੀ ਹੁੰਦੀ ਹੈਗੀ ਉਹ। 52 ਅੱਖਰੀ 52 ਅੱਖਰ ਮੂਹਰੇ ਲੱਗਦੇ ਆ। ਸ਼ੀਹਰਫੀ ਹੈ ਜੋ ਇਹ ਵੈਸੇ ਹੀ ਲਿਆਇਆਗਾ ਮੈਂ ਇਹਦਾ ਕਰਕੇ, ਕਿਉਂਕਿ ਵਰਨਮਾਲਾ ਦੇ ਨਾਲ ਹੀ ਸੰਬੰਧਿਤ ਸੀਗੀ ਇਹ। UGC ਨੈੱਟ 'ਚ ਕੁਐਸਚਨ ਵੀ ਆਇਆ ਇੱਕ, ਜੋ ਫਾਰਸੀ ਦੇ ਜਾਂ ਅਰਬੀ ਦੇ 30 ਅੱਖਰਾਂ ਨੂੰ ਉਦਾਹਰਨ ਬਣਾ ਕੇ ਕੀਤੀ ਜਾਂਦੀ ਹੈਗੀ। ਤੁਸੀਂ ਇਹਨਾਂ ਨੂੰ ਯਾਦ ਰੱਖਿਓ। ਅੱਗੇ ਕੁਚੱਜੀ ਤੇ ਸੁਚੱਜੀ, ਇਹ ਬਾਣੀ ਵੀ UGC ਨੈੱਟ ਦੇ ਵਿੱਚ ਆਈ, ਆਪਾਂ ਪਿੱਛੇ ਵੀ ਗੱਲ ਕਰੀ ਸੀ ਇਹਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ ਸੂਹੀ ਰਾਗ ਦੇ ਵਿੱਚ। ਕੁਚੱਜੀ ਇਸਤਰੀ ਤੇ ਸੁਚੱਜੀ ਇਸਤਰੀ ਬਾਰੇ ਗੱਲ ਕੀਤੀ ਗਈ ਹੈ। ਘਰੇਲੂ ਕੰਮ ਤੇ ਅਧਿਆਤਮਿਕ ਜੀਵਨ ਜਾਂਚ ਦਾ ਕੋਈ ਚੱਜ ਨਹੀਂ ਜਿਸ ਨੂੰ ਉਹ ਕੁਚੱਜੀ ਇਸਤਰੀ ਹੁੰਦੀ ਹੈ। ਸੁਚੱਜੀ ਇਸਤਰੀ ਕਿਹੜੀ ਹੈ? ਸੁਚੱਜੀ ਇਸਤਰੀ ਲਈ ਪਰਮਾਤਮਾ ਦਾ ਨਾਮ ਹੀ ਮੂਲ ਪੂੰਜੀ ਹੈ। ਜੋ ਪਰਮਾਤਮਾ ਨੂੰ ਪੂਜਦੀ ਹੈ, ਉਹਦੀ ਰਜਾ ਵਿੱਚ ਰਹਿੰਦੀ ਹੈ, ਉਹ ਸੁਚੱਜੀ ਹੈ। ਪਰ ਜੋ ਘਰੇਲੂ ਕੰਮ ਤੇ ਜਿਹਨੂੰ ਅਧਿਆਤਮਿਕ ਜਾਂ ਪਰਮਾਤਮਾ ਬਾਰੇ ਕੋਈ ਗਿਆਨ ਨਹੀਂ, ਜੋ ਉਸ ਦੀ ਆਰਾਧਨਾ ਨਹੀਂ ਕਰਦੀ, ਉਹ ਕੁਚੱਜੀ ਹੈ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈਗਾ ਇਸ ਬਾਣੀ ਨੂੰ। ਅੱਗੇ ਕਾਫੀਆਂ, ਇਹ ਕਾਫੀ ਇੱਕ ਪ੍ਰਗੀਤਾਤਮਕ ਕਾਵਿ ਰੂਪ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਾਫੀਆਂ ਲਿਖੀਆਂ ਨੇ। ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ, ਸ਼੍ਰੀ ਗੁਰੂ ਅਮਰਦਾਸ ਜੀ ਨੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਾਫੀਆਂ ਲਿਖੀਆਂ ਹਨ।
ਇਹ ਗੱਲ ਹੋਰ ਵੀ ਯਾਦ ਰੱਖਿਓ, ਵੈਸੇ ਆਪਾਂ ਪਿੱਛੇ ਵੀ ਗੱਲ ਕਰਕੇ ਆਏ ਕਾਫੀਆਂ ਬਾਰੇ, ਕਿ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਕਾਫੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ, ਅਤੇ ਸੂਫੀ ਕਾਵਿ ਦੇ ਵਿੱਚ ਸਭ ਤੋਂ ਪਹਿਲਾਂ ਕਾਫੀ ਸ਼ਾਹ ਹੁਸੈਨ ਨੇ ਲਿਖੀ ਹੈ। ਅੱਗੇ 12ਵਾਂ ਆ ਗਿਆ। 12 ਮਹੀਨਿਆਂ ਨੂੰ ਆਧਾਰ ਬਣਾ ਕੇ ਕੀਤੀ ਗਈ ਕਾਵਿ ਰਚਨਾ ਨੂੰ 12ਵਾਂ ਆਖਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਇਹਦੀ ਰਚਨਾ ਕੀਤੀ ਹੈ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਦੇ ਵਿੱਚ ਇਸ ਦੀ ਰਚਨਾ ਕੀਤੀ ਹੈ। ਇਸ ਦੇ ਵਿੱਚ ਪ੍ਰਕਿਰਤੀ ਚਿਤਰਨ ਹੁੰਦਾ। ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ ਇਹਦੀ ਰਚਨਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੇਸੀ ਮਹੀਨੇ ਹੁੰਦੇ ਆਪਣੇ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਉਹਨਾਂ ਨੂੰ ਇਹ ਚੇਤ ਤੋਂ ਸ਼ੁਰੂ ਹੁੰਦੀ ਹੈ ਅਤੇ ਫੱਗਣ ਦੇ ਮਹੀਨੇ 'ਤੇ ਜਾ ਕੇ ਇਹਦਾ ਐਂਡ ਹੁੰਦਾ ਹੈ। ਇਹਨੂੰ ਯਾਦ ਰੱਖਿਓ। ਅੱਗੇ ਰੁੱਤੀ ਆ ਗਈ। ਸਾਲ ਦੀਆਂ 6 ਰੁੱਤਾਂ ਨੂੰ ਆਧਾਰ ਬਣਾ ਕੇ ਜੋ ਕਾਵਿ ਰੂਪ ਲਿਖਿਆ ਜਾਂਦਾ ਉਸਨੂੰ ਰੁੱਤੀ ਆਖਦੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 5ਵੇਂ ਪਾਤਸ਼ਾਹੀ ਨੇ ਇਹਦੀ ਰਚਨਾ ਰਾਮਕਲੀ ਰਾਗ ਦੇ ਵਿੱਚ ਕੀਤੀ ਹੈ। 12 ਸੱਤ ਜਾਂ ਸਤਵਾਰਾ, ਹਫ਼ਤੇ ਦੇ 7 ਦਿਨਾਂ ਨੂੰ ਆਧਾਰ ਬਣਾ ਕੇ ਇਸ ਦੀ ਰਚਨਾ ਕੀਤੀ ਗਈ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ 3ਜੇ ਗੁਰੂ ਨੇ ਬਿਲਾਵਲ ਰਾਗ ਦੇ ਵਿੱਚ ਸਤਵਾਰਾ ਲਿਖਿਆ ਹੈ। ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਇਹਦੇ ਬਾਰੇ, ਸੂਫੀ ਕਾਵਿ ਦੇ ਵਿੱਚ ਵੀ ਪੜ੍ਹ ਕੇ ਆਏ ਆਂਗੇ। ਸੋ ਤੁਸੀਂ ਇਹਨਾਂ ਬਾਰੇ ਯਾਦ ਰੱਖਣਾ ਹੈ। ਇਹਨਾਂ ਨੂੰ ਬਾਰ-ਬਾਰ ਪੜ੍ਹਨ ਦਾ ਆਪਣਾ ਮਕਸਦ ਇਹੀ ਹੈ ਵੀ ਆਪਾਂ ਇਹ ਯਾਦ ਰੱਖ ਸਕੀਏ। ਥਿਤੀ, ਚੰਦਰਮਾ ਦੀਆਂ ਤਰੀਕਾਂ ਦੇ ਹਿਸਾਬ 'ਤੇ ਏਕਮ ਤੋਂ ਅਮਾਵਸ 15 ਰਾਤਾਂ ਦੇ ਆਧਾਰ 'ਤੇ ਲਿਖਿਆ ਜਾਂਦਾ ਹੈ। ਚੰਦਰਮਾ ਦੀਆਂ ਤਰੀਕਾਂ, ਜਿਸ ਤਰ੍ਹਾਂ 15 ਦਿਨਾਂ ਦੇ ਵਿੱਚ ਚੰਦਰਮਾ ਜੋ ਪੂਰਾ ਹੋ ਜਾਂਦਾ ਹੈਗਾ, ਉਹਨਾਂ ਨੂੰ ਆਧਾਰ ਬਣਾ ਕੇ ਜੋ ਰਚਨਾ ਕੀਤੀ ਜਾਂਦੀ ਹੈ ਉਸ ਨੂੰ ਥਿੱਤੀ ਆਖਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਇਹਦੀ ਰਚਨਾ ਕੀਤੀ ਹੈ, ਅਤੇ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੌੜੀ ਰਾਗ ਦੇ ਵਿੱਚ ਥਿੱਤੀ ਲਿਖੀ ਹੈ। ਅਤੇ ਜੋ ਭਗਤਾਂ ਦੇ ਵਿੱਚੋਂ ਸਿਰਫ ਭਗਤ ਕਬੀਰ ਜੀ ਨੇ ਹੀ ਗੌੜੀ ਰਾਗ ਦੇ ਵਿੱਚ ਇਹਦੀ ਰਚਨਾ ਕੀਤੀ ਹੈ। ਇਸ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਹੈ। ਅੱਗੇ ਦਿਨ ਰੈਣ, ਦਿਨ ਅਤੇ ਰਾਤ ਦੋਹਾਂ ਦੇ ਹੁੰਦੇ ਹੋਏ ਪਰਮਾਤਮਾ ਨੂੰ ਯਾਦ ਰੱਖਣ ਬਾਰੇ ਕਿਹਾ ਗਿਆ ਹੈ। ਦਿਨ ਭਾਵ ਦਿਨ, ਰੈਣ ਭਾਵ ਰਾਤ। 5ਵੇਂ ਗੁਰੂ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਦੇ ਵਿੱਚ ਦਿਨ ਰੈਣ ਜੋ ਲਿਖਿਆ, ਸਿਰਫ ਇਹਨਾਂ ਨੇ ਹੀ ਲਿਖਿਆ, ਹੋਰ ਕਿਸੇ ਗੁਰੂ ਨੇ ਨਹੀਂ ਲਿਖਿਆ। ਅੱਗੇ ਘੋੜੀਆਂ, ਲਾੜੇ ਦੇ ਘੋੜੀ ਚੜ੍ਹਨ ਸਮੇਂ ਭੈਣਾਂ ਵੱਲੋਂ ਗਾਇਆ ਜਾਣ ਵਾਲਾ ਗੀਤ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ, ਚੌਥੇ ਗੁਰੂ ਜੀ ਨੇ ਬੜਹੰਸ ਰਾਗ ਦੇ ਵਿੱਚ ਘੋੜੀਆਂ ਲਿਖੀਆਂ ਹਨ। ਅੱਗੇ ਸੋਹਲਾ, 16 ਪਦਾਂ ਵਾਲੀ ਰਚਨਾ ਨੂੰ ਸੋਹਲਾ ਆਖਦੇ ਹੈ। ਗੁਰਮੁਖ ਅਤੇ ਮਨਮੁਖ ਵਿਅਕਤੀਆਂ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ ਜਾਂਦਾ ਇਹਦੇ ਵਿੱਚ। ਗੁਰਬਾਣੀ ਦੇ ਵਿੱਚ ਸੋਹਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, 3ਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ, ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ, 5ਵੇਂ ਗੁਰੂ ਜੀ ਨੇ ਇਹ ਸੋਹਲੇ ਦੀ ਰਚਨਾ ਕੀਤੀ ਹੈ। ਅੱਗੇ ਅੰਜਲੀ ਜਾਂ ਅੰਜਲੀਆਂ, ਹੱਥ ਜੋੜ ਕੇ ਬੇਨਤੀ ਕਰਨੀ, ਭਾਵ ਕਿ ਦੋਨੇ ਹੱਥ ਜੋੜ ਕੇ ਪਰਮਾਤਮਾ ਦਾ ਸਿਮਰਨ ਕਰਨਾ। ਅੰਜਲੀ ਦਾ ਜੋ ਮਕਸਦ ਹੈ ਉਹ ਇਹੀ ਹੈਗਾ। ਸੋ 5ਵੇਂ ਗੁਰੂ ਜੀ ਨੇ ਮਾਰੂ ਰਾਗ ਵਿੱਚ 2 ਅੰਜਲੀਆਂ ਲਿਖੀਆਂ ਨੇ। ਅੱਗੇ ਸੱਦ ਹੈ, ਵਿਛੜੇ ਹੋਏ ਸੱਜਣ ਦੀ ਯਾਦ ਵਿੱਚ ਸੋਗੀ ਹੇਕਾਂ ਲਾਈਆਂ ਜਾਂਦੀਆਂ ਹਨ। ਇਹਨੂੰ ਬਾਬਾ ਸੁੰਦਰ ਨੇ ਲਿਖਿਆ ਹੈਗਾ ਰਾਮਕਲੀ ਰਾਗ ਦੇ ਵਿੱਚ। ਇਹ ਵੀ UGC ਨੈੱਟ ਦੇ ਵਿੱਚ ਕੁਐਸਚਨ ਆਇਆ ਹੋਇਆ ਹੈਗਾ। 3ਜੇ ਗੁਰੂ ਜੀ ਦਾ ਪੜਪੋਤਾ ਸੀ ਬਾਬਾ ਸੁੰਦਰ। ਸੋ ਜਦੋਂ 3ਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ਸਨ, ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਜੋ ਸੱਦ ਹੈ ਉਹਦੀ ਰਚਨਾ ਕੀਤੀ ਸੀ। ਵਿਛੜੇ ਸੱਜਣ ਦੀ ਯਾਦ ਦੇ ਵਿੱਚ ਸੋਗੀ ਹੇਕਾਂ ਲਾਈਆਂ ਜਾਂਦੀਆਂ ਨੇ। ਇਹ ਇਸੇ ਦੀ ਰਚਨਾ ਹੀ ਪੀਲੂ ਨੇ ਵੀ ਕਰੀ ਹੈਗੀ। ਕਿੱਸਾ ਕਾਵਿ ਦੇ ਵਿੱਚ ਵੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਪੀਲੂ ਨੇ ਮਿਰਜ਼ਾ ਸਾਹਿਬਾ, ਜੋ ਕਿ ਸੱਦ ਕਾਵਿ ਰੂਪ ਦੇ ਵਿੱਚ ਪੰਜਾਬੀ ਦਾ ਇੱਕੋ ਇੱਕ ਕਿੱਸਾ ਹੈ ਜੋ ਕਿ ਸੱਦ ਦੇ ਵਿੱਚ ਲਿਖਿਆ ਗਿਆ ਹੈਗਾ। ਅੱਗੇ ਇਹ ਬਾਣੀਆਂ ਨੇ ਜੋ ਕਿ ਖਾਸ ਬਾਣੀਆਂ ਨੇ, ਆਪਾਂ ਇਹਨਾਂ ਬਾਰੇ ਜ਼ਿਕਰ ਕਰਾਂਗੇ। ਵੈਸੇ ਦੂਜੀਆਂ ਸਾਰੀਆਂ ਚੀਜ਼ਾਂ ਦੀ ਗੱਲ ਆਪਾਂ ਕਾਵਿ ਰੂਪ ਦੇ ਵਿੱਚ ਕਰ ਚੁੱਕੇ ਹਾਂਗੇ। ਹੁਣ ਇਹ ਕਾਵਿ ਰੂਪ ਨਹੀਂ ਹੈਗੇ, ਇਹ ਗੁਰਬਾਣੀਆਂ ਨੇ। ਇੰਨਾ ਯਾਦ ਰੱਖਣਾ ਤੁਸੀਂ। ਜਪਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈਗਾ। ਗੁਰਬਾਣੀ ਦਾ ਕੇਂਦਰੀ ਭਾਵ ਹੈ ਇਹ। ਆਪਾਂ ਗੱਲ ਕਰਕੇ ਆਏ ਪਿੱਛੇ ਵੀ ਕਿ ਸਾਰੀ ਗੁਰਬਾਣੀ ਦਾ ਕੇਂਦਰੀ ਭਾਵ ਜਪਜੀ ਸਾਹਿਬ ਹੈ। ਜੋ ਜਪਜੀ ਸਾਹਿਬ ਦੇ ਵਿੱਚ ਕਿਹਾ ਗਿਆ ਉਹੀ ਸਾਰੀ ਗੁਰਬਾਣੀ ਦੇ ਵਿੱਚ ਕਿਹਾ ਗਿਆ। ਇਹਦੇ ਵਿੱਚ ਜੀਵ ਜਗਤ ਅਤੇ ਬ੍ਰਹਮ ਦੀ ਜੋ ਕਿ ਗੱਲ ਕੀਤੀ ਗਈ ਇਹਦੇ ਬਾਰੇ। ਇਹਦੇ ਵਿੱਚ 5 ਖੰਡ ਨੇ। ਧਰਮ ਖੰਡ ਹੈ, ਗਿਆਨ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ ਅਤੇ ਸੱਚ ਖੰਡ ਹੈ। ਇਹਨਾਂ ਨੂੰ ਇਸ ਤਰ੍ਹਾਂ ਲੈਣੋਂ ਵਾਰ ਤੁਸੀਂ ਯਾਦ ਰੱਖਣਾ ਹੈਗਾ। ਇਹ ਵੀ UGC ਨੈੱਟ ਦੇ ਵਿੱਚ ਇੱਕ ਕੁਐਸਚਨ ਆਇਆ ਹੋਇਆ ਕਿ ਇਹਨਾਂ ਦਾ ਸੀਰੀਅਲ ਦੱਸੋ ਕਿਹੜਾ ਸਹੀ ਹੈਗਾ। ਅੱਗੇ ਪਿੱਛੇ ਕਰਕੇ ਸਾਰੇ ਖੰਡ ਪਾਏ ਹੋਏ ਸੀ, ਪਰ ਇਹ ਸੀਰੀਅਲ ਹੈ ਜੋ ਇਹ ਸਹੀ ਹੈਗਾ ਇਹਨਾਂ ਦਾ। 38 ਪੌੜੀਆਂ ਹਨ ਅਤੇ 2 ਸਲੋਕ ਹਨ ਜਪਜੀ ਸਾਹਿਬ ਦੇ ਵਿੱਚ। ਅੱਗੇ ਸਿੱਧ ਗੋਸ਼ਟ ਹੈ। ਸਿੱਧ ਗੋਸ਼ਟ ਦੇ ਨਾਲ ਵੀ ਸਵਾਲ ਨੇ ਜੋ UGC ਨੈੱਟ ਵਿੱਚ ਕਾਫੀ ਵਾਰ ਆਏ ਹੋਏ ਨੇ। ਇਹ ਸਿੱਧਾਂ ਨਾਲ ਸੰਵਾਦ ਕੀਤਾ ਹੋਇਆ ਹੈ। ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈਗੀ ਇਹ। 2 ਅਧਿਆਤਮਿਕ ਵਿਚਾਰਧਾਰਾਵਾਂ ਦਾ ਆਪਸੀ ਸੰਵਾਦ ਹੈ।
ਕਿਹਨਾਂ ਦਾ? ਸਿੱਧ ਵਿਚਾਰਧਾਰਾ ਅਤੇ ਗੁਰਮਤਿ ਵਿਚਾਰਧਾਰਾ। ਅੰਤਰਮਤ ਸੰਵਾਦ ਨਾਲ ਸੰਬੰਧਿਤ ਹੈ, ਭਾਵ ਕਿ ਇਹਨਾਂ ਦੇ ਵਿੱਚ ਜੋ ਅੰਤਰ ਸੀਗਾ, ਜੋ ਸਿੱਧ ਕਹਿੰਦੇ ਸੀ ਗੁਰਮਤਿ ਉਹਨਾਂ ਨੂੰ ਰੱਦ ਕਰਦਾ ਸੀਗਾ। ਜਿਸ ਤਰ੍ਹਾਂ ਸਿੱਧ ਕਹਿੰਦੇ ਸੀ ਕਿ ਔਰਤ ਹੈ ਜੋ ਸਿੱਧ ਪਰੰਪਰਾ ਉਹਦੇ ਅਨੁਸਾਰ ਨਹੀਂ ਚੱਲ ਸਕਦੀ, ਬਾਹਰ ਨਹੀਂ ਰਹਿ ਸਕਦੀ ਜਾਂ ਉਸ ਤਰ੍ਹਾਂ ਤਪੱਸਿਆ ਨਹੀਂ ਕਰ ਸਕਦੀ, ਤਾਂ ਗੁਰਮਤਿ ਨੇ ਉਹ ਸਾਰੀ ਜੋ ਵਿਚਾਰਧਾਰਾ ਰੱਦ ਕੀਤੀ ਸੀ। ਅੱਗੇ ਆਨੰਦ ਸਾਹਿਬ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ, ਤੀਜੇ ਗੁਰੂ ਜੀ ਨੇ ਇਹਦੀ ਰਚਨਾ ਰਾਮਕਲੀ ਰਾਗ ਵਿੱਚ ਕੀਤੀ ਹੈ। ਇਹ ਸੰਬੋਧਨੀ ਸੁਰ ਵਿੱਚ ਲਿਖੀ ਗਈ ਰਚਨਾ ਹੈ, ਜਿਸ ਵਿੱਚ ਮਨ, ਅੱਖਾਂ, ਜੀਭ, ਕੰਨ, ਸਰੀਰ ਨੂੰ ਸੰਬੋਧਿਤ ਕਰਕੇ ਪਰਮਾਤਮਾ ਨਾਲ ਜੁੜਨ ਲਈ ਕਿਹਾ ਗਿਆ ਹੈ। ਅੱਗੇ ਸੁਖਮਨੀ ਸਾਹਿਬ ਹੈ। ਇਹਨੂੰ ਸੁੱਖਾਂ ਦੀ ਮਣੀ ਜੋ ਇਹਦਾ ਅਰਥ ਹੈ ਉਹ ਮੰਨਿਆ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਦੀ ਰਚਨਾ ਕੀਤੀ ਹੈ। ਇਹਦੇ ਵਿੱਚ ਬ੍ਰਹਮ ਗਿਆਨੀ, ਸਾਧ ਸੰਤ, ਜੀਵਨ ਮੁਕਤੀ ਜੋ ਇਹ ਸੰਕਲਪ ਨੇ ਜਾਂ ਇਹਨਾਂ ਬਾਰੇ ਚਰਚਾ ਕੀਤੀ ਗਈ ਹੈ। ਇਹ UGC ਨੈਟ ਦੇ ਵਿੱਚ ਕਵਚਨ ਆਇਆ ਹੋਇਆ ਹੈਗਾ। ਇਹ ਨਾਮ ਦੇ ਕੇ ਉੱਪਰ ਪੁੱਛਿਆ ਗਿਆ ਸੀ ਕਿ ਸੁਖਮਨੀ ਸਾਹਿਬ ਦੇ ਵਿੱਚ ਕਿਹਨਾਂ ਚੀਜ਼ਾਂ ਬਾਰੇ ਗੱਲ ਕੀਤੀ ਗਈ ਹੈ। ਆਪਾਂ ਕਰਾਂਗੇ, ਕਵਚਨਾਂ ਵਿੱਚ ਵੀ ਕਰਾਂਗੇ। ਸੁਖਮਨੀ ਨੂੰ ਗੌੜੀ ਰਾਗ ਦੇ ਵਿੱਚ ਲਿਖਿਆ ਗਿਆ। ਇਹ ਇੱਕ ਪ੍ਰਾਰਥਨਾ ਹੈ ਜੋ ਗੀਤ ਦੇ ਰੂਪ ਵਿੱਚ ਹੈ ਅਤੇ ਸਭ ਨੂੰ ਸ਼ਾਂਤੀ ਦਿੰਦੀ ਹੈ। ਸੋ ਦੋਸਤੋ, ਤੁਸੀਂ ਇਹਨੂੰ ਯਾਦ ਰੱਖਣਾ ਹੈਗਾ ਅਤੇ ਇਹਨੂੰ ਪੜ੍ਹਿਓ, ਇਹਨੂੰ ਯਾਦ ਰੱਖਿਓ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਅਗਲੇ ਲੈਕਚਰ ਦੇ ਵਿੱਚ ਆ ਜੋ ਉਹਦੇ ਵਿੱਚ ਆਪਾਂ ਜੋ ਕਵਚਨ ਨੇ ਇਹਦੇ ਉਹ ਲੈ ਕੇ ਆਵਾਂਗੇ ਜੋ UGC ਨੈਟ ਦੇ ਵਿੱਚ ਆਏ ਨੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ।